ਸਾਰੇ ਮਸੀਹ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਸੋ ਅੱਜ ਦਾ ਸਾਡਾ ਟੌਪਿਕ ਹੈ ਅਲੀਜ਼ਾ ਦਾ ਰਿਫਾਰਮਰ ਇਜ਼ ਨੀਡਡ। ਅੱਜ ਏਲੀਆ ਸੁਧਾਰਕ ਦੀ ਲੋੜ ਹੈ। ਮੱਤੀ 17 ਚੈਪਟਰ 1 ਆਇਤ ਤੋਂ ਅਸੀਂ ਪੜ੍ਹਦੇ ਹਾਂ ਕਿ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਪਹਾੜ ਉੱਤੇ ਗਿਆ ਅਤੇ ਉਸ ਦੇ ਚੇਲਿਆਂ ਨੇ ਉਸ ਦੇ ਸਰੀਰ ਦਾ ਰੂਪਾਂਤਰਣ ਹੁੰਦੇ ਦੇਖਿਆ ਅਤੇ ਮੂਸਾ ਅਤੇ ਏਲੀਆ ਨੂੰ ਉਸ ਦੇ ਨਾਲ ਗੱਲਾਂ ਕਰਦੇ ਹੋਏ ਵੀ ਦੇਖਿਆ। ਜਦੋਂ ਉਹ ਪਹਾੜ ਤੋਂ ਹੇਠਾਂ ਆਏ ਤਾਂ ਪ੍ਰਭੂ ਦੇ ਚੇਲਿਆਂ ਨੇ ਉਸ ਨੂੰ ਆਖਿਆ ਕਿ ਪ੍ਰਭੂ ਉਪਦੇਸ਼ਕ ਕਿਉਂ ਆਖਦੇ ਹਨ ਕਿ ਮਸੀਹ ਦੇ ਆਉਣ ਤੋਂ ਪਹਿਲਾਂ ਏਲੀਆ ਨਬੀ ਦਾ ਆਉਣਾ ਜ਼ਰੂਰੀ ਹੈ। ਮੱਤੀ 17 ਚੈਪਟਰ ਉਹਦੀ 12 ਆਇਤ ਦੇ ਮੁਤਾਬਕ ਯਿਸੂ ਮਸੀਹ ਨੇ ਉਹਨਾਂ ਦੇ ਸਵਾਲ ਦਾ ਅੱਧਾ ਉੱਤਰ ਦਿੰਦਿਆਂ ਕਿਹਾ, ਏਲੀਆ ਪਹਿਲਾਂ ਹੀ ਆ ਚੁੱਕਿਆ ਹੈ। ਯਿਸੂ ਨੇ ਇੱਥੇ ਦੱਸਿਆ ਕਿ ਏਲੀਆ ਦਾ ਆਉਣਾ 2 ਵਾਰ ਹੋਵੇਗਾ। ਪਹਿਲਾ ਜੋ ਏਲੀਆ ਦਾ ਆਉਣਾ ਇਸ ਜ਼ਮੀਨ ਉੱਤੇ ਹੋਇਆ ਸੀ ਯਿਸੂ ਮਸੀਹ ਦੇ ਠੀਕ ਆਉਣ ਤੋਂ ਪਹਿਲਾਂ, ਉਹਦੇ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਯੂਹੰਨਾ ਨਬੀ ਦੇ ਬਾਰੇ ਵਿੱਚ ਗੱਲ ਕੀਤੀ ਗਈ ਹੈ। ਲੇਕਿਨ ਮੱਤੀ 17 ਚੈਪਟਰ ਉਹਦੀ 11 ਆਇਤ ਦੇ ਮੁਤਾਬਕ ਪ੍ਰਭੂ ਯਿਸੂ ਮਸੀਹ ਦੀ ਦੂਸਰੀ ਆਮਦ ਤੋਂ ਪਹਿਲਾਂ ਠੀਕ ਪਹਿਲਾ ਏਲੀਆ ਆਉਣਾ ਬੇहद ਜ਼ਰੂਰੀ ਹੈ, ਜਿਸ ਤਰ੍ਹਾਂ ਕਿ ਯਿਸੂ ਮਸੀਹ ਦੀ ਪਹਿਲੀ ਆਮਦ ਤੋਂ ਪਹਿਲਾਂ ਆਇਆ ਸੀ। ਰਸੂਲਾਂ ਦੇ ਕਰਤੱਵ 3 ਚੈਪਟਰ ਉਹਦੀ 21 ਆਇਤ ਵਿੱਚ ਇਹ ਲਿਖਿਆ ਮਿਲਦਾ ਹੈ ਬਾਈਬਲ ਵਿੱਚ ਕਿ ਯਿਸੂ ਮਸੀਹ ਸਵਰਗ 'ਚ ਤਦ ਤੱਕ ਰਹੇਗਾ ਜਦ ਤੱਕ ਸਭੋ ਕੁਝ ਸੁਧਾਰਿਆ ਨਹੀਂ ਜਾਂਦਾ। ਇਹ ਕੋਈ ਰਸਤੇ ਸੜਕਾਂ ਦੇ ਸੁਧਾਰ ਦੀ ਗੱਲ ਨਹੀਂ ਹੈ, ਬਲਕਿ ਪ੍ਰਭੂ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚ ਜੋ ਗੜਬੜੀ ਡਿਨੋਮੀਨੇਸ਼ਨ ਮਿਸ਼ਨਾਂ ਨੇ ਕੀਤੀਆਂ ਸੀ ਉਸ ਨੂੰ ਸੁਧਾਰਨ ਦੀ ਗੱਲ ਹੈ। ਅੱਜ ਜਣਾ ਖਣਾ ਹੀ ਆਪਣੇ ਆਪ ਨੂੰ ਨਬੀ ਆਖਦਾ ਹੈ ਔਰ ਬਹੁਤ ਸਾਰੀ ਭੀੜ ਨੂੰ ਆਪਣੇ ਪਿੱਛੇ ਲਾ ਕੇ ਬੈਠਾ ਹੈ। ਔਰ ਅਸੀਂ ਦੇਖਦੇ ਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਵੱਡੇ ਅਚੰਭੇ ਕੰਮ ਵੀ ਹੁੰਦੇ ਨੇ। ਲੇਕਿਨ ਬਾਈਬਲ ਨਬੀ ਬਾਰੇ ਜ਼ਿਕਰ ਕਰਦੀ ਹੈ, ਲੇਕਿਨ ਉਹ ਬਾਈਬਲ ਦੇ ਮੁਤਾਬਕ ਏਲੀਆ ਨਬੀ ਦਾ ਆਉਣ ਬਾਰੇ ਬਾਈਬਲ ਬਿਆਨ ਕਰ ਰਹੀ ਹੈ ਕਿ ਠੀਕ ਯਿਸੂ ਮਸੀਹ ਦੀ ਦੂਜੀ ਆਮਦ ਤੋਂ ਪਹਿਲਾਂ ਵੀ ਏਲੀਆ ਦਾ ਆਉਣਾ ਜ਼ਰੂਰੀ ਹੈ। ਅਗਰ ਕੋਈ ਆਪਣੇ ਆਪ ਨੂੰ ਨਬੀ ਆਖਦਾ ਹੈ ਤਾਂ ਉਸ ਦੀ ਸੇਵਾ ਨੂੰ ਸਾਨੂੰ ਮਿਲਾ ਕੇ ਦੇਖਣਾ ਚਾਹੀਦਾ ਹੈ ਕਿ ਉਹ ਸੁਧਾਰ ਕਰ ਰਿਹਾ ਹੈ, ਜਿਸ ਤਰ੍ਹਾਂ ਕਿ ਬਾਈਬਲ ਦੱਸਦੀ ਆ ਕਿ ਯਿਸੂ ਮਸੀਹ ਸਵਰਗ 'ਚ ਤਦ ਤੱਕ ਰਹੂਗਾ ਜਦ ਤੱਕ ਸਭੋ ਕੁਝ ਸੁਧਾਰਿਆ ਨਾ ਜਾਵੇ। ਔਰ ਮੈਂ ਦੱਸਿਆ ਇਹ ਸੁਧਾਰ ਸੜਕਾਂ ਰਸਤਿਆਂ ਦਾ ਸੁਧਾਰ ਨਹੀਂ ਆ, ਬਲਕਿ ਪ੍ਰਭੂ ਪਰਮੇਸ਼ਰ ਦੇ ਕਲਾਮ ਦੇ ਵਿੱਚ ਜੋ ਗੜਬੜ ਕੀਤੀ ਸੀ ਮਿਸ਼ਨਾਂ ਨੇ ਉਹਨੂੰ ਸੁਧਾਰਨ ਦੀ ਗੱਲ ਕੀਤੀ ਗਈ ਹੈ। ਸੋ ਅਮਰੀਕਾ ਵਿੱਚ ਇੱਕ ਗਰੀਬ ਘਰ ਦੇ ਵਿੱਚ ਵਿਲੀਅਮ ਮੈਰੀਨ ਬ੍ਰਨਮ ਨਾਮ ਦਾ ਇੱਕ ਸੇਵਕ ਪੈਦਾ ਹੋਇਆ 1906 ਦੇ ਵਿੱਚ। ਜਦੋਂ ਉਹ ਪੈਦਾ ਹੋਇਆ ਉਸ ਦੇ ਸਿਰ ਉੱਤੇ ਪਿਲਰ ਆਫ ਫਾਇਰ ਦੇਖਿਆ ਗਿਆ। ਇੱਕ ਸਫੇਦ ਰੋਸ਼ਨੀ ਉਹਦੇ ਸਿਰ ਦੇ ਉੱਤੇ ਆ ਕੇ ਰੁਕ ਗਈ ਔਰ ਖੁਦਾ ਨੇ ਉਸ ਸੇਵਕ ਦੀ ਜ਼ਿੰਦਗੀ ਵਿੱਚ ਜਦੋਂ ਉਹ ਜਵਾਨ ਹੋਇਆ ਬਹੁਤ ਵੱਡੇ ਵੱਡੇ ਅਚੰਭੇ ਅਚਰਜ ਕੰਮ ਕੀਤੇ। 11 ਜੂਨ 1933 ਨੂੰ ਓਹਯੋ ਦਰਿਆ ਤੇ ਭਾਈ ਬ੍ਰੈਨਮ ਨੂੰ ਇੱਕ ਆਵਾਜ਼ ਆਈ। ਉਸ ਆਵਾਜ਼ ਨੇ ਇਹ ਆਖਿਆ ਕਿ ਜਿਸ ਤਰ੍ਹਾਂ ਮੇਰੀ ਪਹਿਲੀ ਆਮਦ ਤੋਂ ਠੀਕ ਪਹਿਲਾਂ ਯੂਹੰਨਾ ਮੇਰਾ ਕਲਾਮ ਸੰਦੇਸ਼ ਲੈ ਕੇ ਅੱਗੇ ਲੈ ਕੇ ਜਾਣ ਵਾਲਾ ਸੇਵਕ ਸੀ, ਠੀਕ ਤੂੰ ਮੇਰੀ ਦੂਜੀ ਆਮਦ ਤੋਂ ਪਹਿਲਾਂ ਮੇਰਾ ਸੰਦੇਸ਼ ਲੈ ਕੇ ਜਾਵੇਂਗਾ। ਇਹ ਆਵਾਜ਼ ਭਾਈ ਬ੍ਰੈਨਮ ਨੂੰ ਆਈ ਕਿ ਮੇਰੀ ਦੂਜੀ ਆਮਦ ਤੋਂ ਪਹਿਲਾਂ ਤੂੰ ਮੇਰਾ ਕਲਾਮ ਲੈ ਕੇ ਅੱਗੇ ਜਾਵੇਂਗਾ। ਔਰ ਭਾਈ ਬ੍ਰੈਨਮ ਦੀ ਮਿਨਿਸਟਰੀ ਵਿੱਚ ਖੁਦਾ ਨੇ ਬਹੁਤ ਹੀ ਅਚੰਭੇ ਔਰ ਅਚਰਜ ਕੰਮ ਕੀਤੇ। ਲੇਕਿਨ ਭਾਈ ਬ੍ਰੈਨਮ ਦੀ ਜਿਹੜੀ ਮਿਨਿਸਟਰੀ ਸੀ ਉਹ ਅਸੀਂ ਦੇਖਦੇ ਹਾਂ ਬਾਈਬਲ ਵਿੱਚੋਂ, ਬਾਈਬਲ ਨਾਲ ਮਿਲਾ ਕੇ ਕਿ ਉਹਦਾ ਮੇਨ ਫੋਕਸ ਸੀਗਾ ਪਰਮੇਸ਼ਰ ਦੇ ਵਚਨ ਦਾ ਸੁਧਾਰ ਕਰਨਾ, ਜੋ ਕਿ ਮਿਸ਼ਨਾਂ ਨੇ ਰੋਮਨ ਕੈਥੋਲਿਕਾਂ ਨੇ ਇੱਕ ਬਹੁਤ ਵੱਡੀ ਸੰਸਥਾ ਬਣਾਉਣ ਤੋਂ ਬਾਅਦ ਬਾਈਬਲ ਦੀ ਤਾਲੀਮ ਨੂੰ ਤੋੜਿਆ ਮਰੋੜਿਆ ਔਰ ਇਸ ਨੂੰ ਬਖੇਰ ਦਿੱਤਾ ਔਰ ਗਲਤ ਅਨੁਵਾਦ ਕਰ ਕਰਕੇ ਦੁਨੀਆ ਭਰ ਨੂੰ ਸਿਖਾ ਦਿੱਤਾ। ਇਸ ਕਰਕੇ ਪ੍ਰਭੂ ਪਰਮੇਸ਼ਰ ਨੇ ਇਸ ਅਮਰੀਕਾ 'ਚ ਪੈਦਾ ਹੋਏ ਵਿਲੀਅਮ ਮੈਰੀਨ ਬ੍ਰਨਮ ਨੂੰ ਖੁਦਾ ਨੇ ਇਸਤੇਮਾਲ ਕੀਤਾ। ਇਹ ਬਹੁਤ ਹੀ ਹਲੀਮ ਖੁਦਾ ਦਾ ਸੇਵਕ ਸੀ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਯਿਸੂ ਮਸੀਹ ਦੀ ਦੂਸਰੀ ਆਮਦ ਤੋਂ ਠੀਕ ਪਹਿਲਾਂ ਉਹਦੀ ਆਮਦ ਦਾ ਪ੍ਰਚਾਰ ਕੀਤਾ। ਸੋ ਖੁਦਾ ਨੇ ਉਸ ਦੀ ਸੇਵਾ ਵਿੱਚ
7 मुर्दे जिंदा कीते और होर भी बहुत वड्डे वड्डे आश्चर्य कर्म होए। जिस तरह प्रभु परमेश्वर मूसा दे नाल करदा सी, एलिया दे नाल करदा सी। सो खुदा दा कलाम दे मुताबक असी ये देखिया बाइबल वचन विचों कि यीशु मसीह स्वर्ग तद तक रहूगा जब तक सब कुछ सुधारिया ना जाए। और बाइबल वचन दे विच मलाकी 4 चैप्टर 5 और 6 आयत विच ये लिखिया मिलता है कि यहोवा दा भय दा एक दिन आने तो पहला परमेश्वर साडे कोल एक एलिया नबी नूं भेजेगा ताकि वह माता पिता के मनां नूं बालकां वल और बालकां के मनां नूं माता पिता वल मोड़ेगा। इसदा मतलब कि नवे नेम के रसूल और विश्वासी जिहड़े एक खुदा की तलीम विच विश्वास करते सी और उन्हां दे मनां नूं पितावां दी शिक्षा वाल यानी कि नबियां दी ओल्ड टैस्टमेंट विच जिहड़े खुदा दे रसूल नबी सन और विश्वासी सन, वो एक खुदा की तलीम विच विश्वास रखते सी उत्ते लैके आवेगा। सो भाई ब्रैनम दी मिनिस्ट्री का मेन जिहड़ा मकसद सीगा वो ये सी कि खुदा दे कलाम दे विच जो बिगाड़ किया गया है उसने उसनूं सुधारन का काम किया। खुदा ने उत्पत्ति तो लैके प्रकाशित वाक्य के सारे भेद जिहड़े आ प्रभु परमेश्वर ने उस सेवक के द्वारा रिवील किए। खुदा ने दुनिया नूं दसे बाग अदन विच किहड़ा फल खादा गया वा, बपतिस्मा त्रेकता विच जो दे दिता गया जो बाइबल दसदी है ठीक यीशु मसीह के नां दे विच दिता जाता है नूं तोड़ के मिशना ने त्रेकता विच कर दिता गया सी। उसने इसका प्रचार किया कि नवे नेम का यीशु मसीह ही पुराने नेम का यहोवा परमेश्वर आ। और बपतिस्मा जो सियाणे इंसान नूं डोब के यीशु मसीह के नां दे विच दिता जाता है नूं 3 विच कर दिता गया जिन्हों पिता पुत्र और पवित्र आत्मा करके आख्या जाता है। खुदा ने इस सेवक तो इस सेवा लई और अज बहुत दुनिया विच ये खुदा दा सच्चे कलाम दा प्रकाश जिहड़ा दुनिया नूं मिल चुका है कि नवे नेम दा यीशु मसीह पुराने नेम दा यहोवा परमेश्वर है। और परमेश्वर बाइबल दे विच 3 परमेश्वर की तलीम नहीं दिंदा बल्कि एक खुदा की तलीम दिंदा है। खुदा ने इस सेवक दे राही जिहदा नाम विलियम मैरियन ब्रैनम सी, खुदा ने इसनूं अपने जलाल लई इस्तेमाल किया और अपने कलाम दे विच जो चीज़ां लोकां ने वाड़ दित्तियां सी उसनूं खुदा ने बाहर कढ़िया। डिनोमिनेशन जो परमेश्वर के कलाम नूं तोड़ मरोड़ के सिखांदियां सी उसने उन्हां तलीमां नूं बाहर कढ़ दिता बाइबल विचों, क्योंकि बाइबल दसदी है कि खुदा एक परमेश्वर आ। सो खुदावंद खुदा सबनों आशीष और बरकत दवे। अज दे कलाम के द्वारा जो असी खुदा दे बाइबल वचन विचों पढ़िया कि मत्ती 17 चैप्टर 1 आयत विच कि यीशु मसीह जदों पहाड़ उत्ते गया तो उसका रूपांतरण होया। उसके चेलियां ने उसनूं एलिया नबी के बारे पूछया और यीशु मसीह ने कहा कि एलिया नबी का आना जरूरी है और वो आ चुका है और दोबारा फिर यीशु मसीह की आमद तो पहला एलिया नबी का आना बेहद जरूरी है, जो कि भाई ब्रैनम की मिनिस्ट्री विच एलिया की सेवा पाई जाती है। सो खुदा सब की समझ नूं खोले और सानू समझण विच मदद सहायता करे ताकि असी इस साडी सदी दे विच इस भेजे हुए नबी की आवाज़ नूं असी सुन सकीए और असी गलत तलीमां तो वापस आ सकीए और सुधारी हुई तलीम उत्ते असी वापस आके खड़े हो जाइए। प्रभु सब नूं बरकत देवे। सारिआं नूं जय मसीह दी आमीन।